ਵੰਡ ਵਾਸਤੇ ਫਿਰ ਅਸਲ 'ਚ ਜ਼ਿੰਮੇਵਾਰ ਕੌਣ ਆ? ਕਿਉਂਕਿ ਇਹਨਾਂ ਨੇ ਕੱਲ੍ਹ ਇੱਕ 7 ਮਿੰਟ ਦੀ ਵੀਡੀਓ ਪਾਈ ਆ RSS ਵਾਲਿਆਂ ਨੇ, ਔਰ RSS ਦੇ ਇੰਦਰੇਸ਼ ਕੁਮਾਰ ਨੇ ਤਾਂ ਇੱਥੋਂ ਤੱਕ ਕਿਹਾ ਹੈ, ਮਤਲਬ ਕਿ ਪੂਰਾ ਠੋਕ ਕੇ ਕਿ ਦੇਖੋ ਜੇ ਗਾਂਧੀ ਨੇ, ਪਟੇਲ ਜਾਂ ਬੋਸ ਇਹਨਾਂ 'ਚੋਂ ਕਿਸੇ ਨੂੰ ਸਹਾਇਕ ਬਣਾ ਲਿਆ ਹੁੰਦਾ ਤੇ ਵੰਡ ਨਹੀਂ ਸੀ ਹੋਣੀ। ਮਤਲਬ ਕਿ ਇੱਥੋਂ ਤੱਕ ਨਹਿਰੂ ਤੇ ਫਿਰ ਸਵਾਲ, ਨਹਿਰੂ ਤੇ ਫਿਰ ਸਵਾਲ। ਹੁਣ ਮੈਂ ਇਹਨਾਂ ਸਵਾਲਾਂ ਦਾ ਜਵਾਬ ਚਲੋ ਦੇਣ ਦਾ ਯਤਨ ਕਰਦਾ ਕਿ ਇਹਨਾਂ ਨੇ 3 ਧਿਰਾਂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਵੀਡੀਓ ਦੇ ਵਿੱਚ। ਪਹਿਲੀ ਗੱਲ ਕਮਿਊਨਿਸਟ, ਜਦ ਕਿ ਹੈਰਾਨਗੀ ਵਾਲੀ ਗੱਲ, ਮੈਂ ਦੱਸੂਗਾ ਤੁਹਾਨੂੰ ਕਿ ਹੈਰਾਨਗੀ ਵਾਲੀ ਗੱਲ ਕਿਹੜੀ ਹੈ ਜੀ। ਕਮਿਊਨਿਸਟ, ਸੈਕੰਡ ਕਾਂਗਰਸ, ਤੇ ਤੀਜੀ ਧਿਰ ਹੋ ਗਈ ਮੁਸਲਿਮ ਲੀਗ। ਇਹ 3 ਧਿਰਾਂ ਨੂੰ ਇਹਨਾਂ ਨੇ ਆਖਿਆ ਕਿ ਵੰਡ ਵਾਸਤੇ ਜਾਂ ਵੰਡ ਦੀ ਤਰਾਸਦੀ ਵਾਸਤੇ ਜ਼ਿੰਮੇਵਾਰ ਨੇ। ਹੁਣ ਤੁਸੀਂ ਪਿੱਛੇ ਚਲੇ ਜਾਓ, 1857 ਵਾਲਾ ਜਿਹੜਾ ਵਿਦਰੋਹ ਹੋਇਆ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਸਾਵਰਕਰ ਨੇ ਇਸ ਸਾਰੇ ਵਿਦਰੋਹ 'ਤੇ ਇੱਕ ਕਿਤਾਬ ਲਿਖੀ ਹੋਈ ਹੈ, ਜੇ ਤੁਸੀਂ ਪੜ੍ਹਨੀ ਚਾਹੋ ਤਾਂ ਉਹ ਆਮ ਹੀ ਮਿਲ ਜਾਂਦੀ ਹੈ, ਵਾਰ ਆਫ ਇੰਡੀਅਨ ਇੰਡੀਪੈਂਡੈਂਸ 1857। ਠੀਕ ਹੈ ਜੀ, ਉਹ ਕਿਸੇ ਨੇ ਵੀ ਪੜ੍ਹਨੀ ਹੋਵੇ ਤੁਸੀਂ ਉਹ ਲੈ ਕੇ ਪੜ੍ਹ ਸਕਦੇ ਹੋ ਜੀ। ਉਹਦੇ ਵਿੱਚ ਖੁਦ ਸਾਵਰਕਰ ਨੇ ਇੱਕ ਚੀਜ਼ ਦਰਜ ਕੀਤੀ ਆ ਜਿਹੜੀ ਬੜੀ ਹੈਰਾਨ ਕਰਦੀ ਆ ਜੀ, ਕਿ 1857 ਦੇ ਇਸ ਗਦਰ ਨੂੰ ਜਾਂ ਵਿਦਰੋਹ ਨੂੰ ਇੱਕ ਵਿਲੱਖਣ ਨਜ਼ਰੀਏ ਤੋਂ ਵੇਖਦਿਆਂ ਸਾਵਰਕਰ ਕਹਿੰਦਾ ਹੈ ਕਿ ਹਿੰਦੂ ਤੇ ਮੁਸਲਮਾਨ ਮੋਢੇ ਨਾਲ ਮੋਢਾ ਲਾ ਕੇ ਲੜੇ। ਔਰ ਉਹ ਬਹਾਦਰ ਸ਼ਾਹ ਜ਼ਫਰ ਦੀ ਉੱਥੇ ਸਿਫਤ ਵੀ ਬੜੀ ਕਰਦਾ ਹੈ, ਇੱਕ ਸ਼ੇਅਰ ਵੀ ਉਹ ਮਤਲਬ ਕਿ ਕੋਟ ਕਰਦਾ ਉਹਦੇ ਵਿੱਚ। ਫਿਰ ਅੱਗੇ ਆ ਜਾਓ, ਜਦੋਂ ਇਹ ਹੋ ਗਿਆ, ਇਹ ਤਾਂ ਬਾਅਦ ਦੀ ਗੱਲ ਹੈ ਨਾ, ਸਾਵਰਕਰ ਨੇ ਪੁਸਤਕ ਲਿਖੀ, ਇਹ ਹਵਾਲੇ ਯਾਦ ਰੱਖੀ ਚੱਲਿਓ, ਤੁਹਾਨੂੰ ਅਗਾਂਹ ਤਸਵੀਰ ਜਿਹੜੀ ਹੈ ਨਾ ਸਾਫ਼ ਤੇ ਸਪਸ਼ਟ ਹੋ ਜਾਏਗੀ। ਜਦੋਂ 1857 ਦਾ ਸਾਰਾ ਕੁਝ ਹੋ ਗਿਆ, ਬੰਬੇ ਦੇ ਵਿੱਚ ਗੋਰਿਆਂ ਦੀ ਇੱਕ ਮੀਟਿੰਗ ਹੋਈ, ਲਗਭਗ 1860 ਦੇ ਕਰੀਬ। ਉਹਦੇ 'ਚ ਜਿਹੜਾ ਬੰਬੇ ਪ੍ਰੈਜ਼ੀਡੈਂਸੀ ਜਿਹੜੀ ਸੀਗੀ ਉਸ ਟਾਈਮ, ਜਿਹੜਾ ਉਹਦਾ ਤਤਕਾਲੀ ਗਵਰਨਰ ਸੀਗਾ ਲਾਰਡ ਐਲਫਨਸਟਾਈਨ, ਕੁਛ ਉਹਦਾ ਨਾਮ ਸੀਗਾ, ਉਹਨੇ ਰੋਮਨ ਸਾਮਰਾਜ ਦੀ ਜਿਹੜੀ ਉਹ ਇੱਕ ਕੋਟੇਸ਼ਨ ਸੀਗੀ ਨਾ ਕਿ ਵੰਡ ਪਾਓ ਤੇ ਨੀਤੀ, ਉਹ ਇੱਕ ਸਿਧਾਂਤ ਸੀ ਵੈਸੇ ਬੇਸਿਕਲੀ, ਤਾਂ ਉਹ ਉੱਥੇ ਉਹਨੇ ਇੱਕ ਆਪਣਾ ਵਿਚਾਰ ਪੇਸ਼ ਕੀਤਾ ਜੀ ਕਿ ਇਹਨਾਂ ਦੋਨਾਂ ਕੌਮਾਂ ਦਾ ਸਾਹਮਣਾ ਆਪਾਂ ਨਹੀਂ ਕਰ ਪਾਵਾਂਗੇ ਜੀ। ਠੀਕ ਹੈ ਜੀ, ਮਤਲਬ ਕਿ ਉੱਥੋਂ ਨਿਕਲਦੀ ਹੈ ਫੁੱਟ ਪਾਓ ਤੇ ਰਾਜ ਕਰੋ, ਜਿਹੜਾ ਕਿ ਆਪਾਂ ਕਿਤਾਬਾਂ 'ਚ ਬਹੁਤ ਵਾਰੀ ਸਿਧਾਂਤ ਪੜ੍ਹ ਚੁੱਕੇ ਹਾਂ, ਸ਼ਾਇਦ ਪ੍ਰਾਇਮਰੀ ਸਕੂਲ 'ਚ ਹੀ ਆ ਜਾਂਦਾ ਉਹ, ਬਿਲਕੁਲ, ਜਾਂ ਮਿਡਲ ਦੇ ਸਕੂਲ 'ਚ ਆ ਜਾਂਦਾ ਜੀ ਜੀ। ਉਸ ਤੋਂ ਬਾਅਦ ਹੁਣ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ? 2 ਨੇਸ਼ਨ ਥਿਊਰੀ ਦੀ। ਮੈਂ ਤੁਹਾਨੂੰ ਜਿਹੜੀ ਇੱਕ ਮਿਸਾਲ ਦਿੰਦਾ ਨਾ, ਸ਼ਾਇਦ ਤੁਸੀਂ ਅੱਜ ਤੱਕ ਨਹੀਂ ਸੁਣੀ ਹੋਏਗੀ, ਕਿ ਜਿਹੜੀ ਗੱਲ ਜਿਨ੍ਹਾਂ ਜਾਂ ਜਿਹੜੇ ਇਹ ਅੱਗੇ ਆ ਕੇ ਹੋਰ ਚੰਦ ਲੋਕ ਕਹਿੰਦੇ ਨੇ, ਉਹ ਗੱਲ ਅਸਲ ਦੇ ਵਿੱਚ ਬਹੁਤ ਪਹਿਲਾਂ ਜੋ ਅਰਵਿੰਦੋ ਘੋਸ਼ ਸੀ, ਉਹਦਾ ਨਾਨਾ ਰਾਜ ਨਰਾਇਣ ਤੇ ਉਹਦਾ ਇੱਕ ਮਿੱਤਰ ਸੀਗਾ, ਉਹਦਾ ਨਾਮ ਸੀਗਾ ਨਭਾ ਮਿੱਤਰ, ਕੁਛ ਐਸਾ, ਨਭਾ ਗੋਪਾਲ ਮਿੱਤਰ, ਮਿੱਤਰਾ ਜਿਵੇਂ ਬੰਗਾਲ ਦੇ ਵਿੱਚ ਹੁੰਦੇ ਆ, ਆਪਾਂ ਮਿੱਤਰ ਕਹਿ ਦਿੰਦੇ, ਮਿੱਤਰਾ। ਇਹਨਾਂ ਦੋਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਇਸ ਗੱਲ ਨੂੰ ਚੁੱਕਣਾ ਸਟਾਰਟ ਕਰ ਦਿੱਤਾ ਕਿ ਬਈ ਹਿੰਦੂ ਜਿਹੜਾ ਹੈ ਉਹ ਹੁਣ ਇੱਕ ਮਤਲਬ ਕਿ ਆਰੀਆ ਦੇਸ਼ ਵੱਲ ਜਾਂ ਕਹਿ ਲਓ ਕਿ ਹਿੰਦੂ ਰਾਸ਼ਟਰ ਵੱਲ ਵਧਣ ਵਾਸਤੇ ਜਾਗ ਪਿਆ ਹੈ। ਔਰ ਇਹਨਾਂ ਨੇ 1857 ਦੇ ਵਿੱਚ ਨਹੀਂ 1867 ਦੇ ਵਿੱਚ ਇੱਕ ਮਤਲਬ ਕਿ ਇੱਕ ਆਪਣੀ ਨਾ ਕਮੇਟੀ ਬਣਾ ਲਈ, ਛੋਟੀ ਜਿਹੀ ਜਿੱਦਾਂ ਕਹਿ ਲਓ ਟੀਮ ਬਣਾ ਲਈ। ਤਾਂ ਉਹਦਾ ਕੀ ਨਤੀਜਾ ਸੀਗਾ ਕਿ ਇੱਕ ਇਹਨਾਂ ਨੇ ਹਿੰਦੂ ਮੇਲਾ ਵੀ ਉੱਥੇ ਕਰਾਉਣਾ ਸ਼ੁਰੂ ਕਰ ਦਿੱਤਾ ਬੰਗਾਲ ਦੇ ਵਿੱਚ, ਜੋ ਬੰਗਾਲੀ ਸਾਲ ਦੇ ਆਖਰੀ ਦਿਨ ਹੋਇਆ ਕਰਦਾ ਸੀਗਾ। ਤਾਂ ਇਹਨਾਂ ਦਾ ਕੰਮ ਕੀ ਸੀਗਾ ਕਿ ਮਤਲਬ ਕਿ ਜਿਹੜੇ ਹਿੰਦੂ ਨੇ ਉਹਨਾਂ ਨੂੰ ਉਹਨਾਂ ਦੀ ਵਡਿਆਈ ਦੱਸਣੀ ਕਿ ਤੁਸੀਂ ਬਹੁਤ ਉੱਚੇ ਹੋ ਔਰ ਇਹ ਤੁਹਾਡਾ ਹੀ ਹੈ ਸਾਰਾ ਕੁਛ, ਵਗੈਰਾ ਵਗੈਰਾ ਗੱਲਾਂ। ਮਤਲਬ ਕਿ ਉਹ ਮੇਲਾ ਜਿਹੜਾ ਸ਼ਾਇਦ 1890 ਤੱਕ ਵੀ ਲੱਗਦਾ ਰਿਹਾ, ਹਿੰਦੂ ਮੇਲਾ। ਇਹਨਾਂ ਨੇ ਉਦੋਂ ਹੀ ਇਹ ਗੱਲਾਂ ਕਰਨੀਆਂ ਸਟਾਰਟ ਕਰ ਦਿੱਤੀਆਂ ਔਰ ਇਹਨਾਂ ਦੇ ਲੇਖਾਂ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਕਿ ਇੱਕ ਅਟੈਕਿੰਗ ਪੋਜੀਸ਼ਨ ਹੁੰਦੀ ਸੀਗੀ ਜਦੋਂ ਵੀ ਲਿਖਦੇ ਸੀਗੇ। ਫਿਰ ਤੁਸੀਂ ਅੱਗੇ ਆ ਜਾਓ, ਇਹ ਤੁਹਾਨੂੰ ਮੈਂ ਦੱਸ ਦਿੱਤਾ ਕਿ ਉੱਥੋਂ ਹੀ ਇਹਨਾਂ ਨੇ ਬਣਤਰ ਬਣਾਉਣੀ ਸ਼ੁਰੂ ਕਰ ਦਿੱਤੀ। ਔਰ ਇਹਦੇ 'ਚੋਂ ਇੱਕ ਚੀਜ਼ ਹੋਰ ਨਿਕਲਦੀ ਹੈ, ਦਿਲਚਸਪ ਦੱਸਾਂ ਤੁਹਾਨੂੰ,
ਇਹਨਾਂ ਨੇ ਕਲਪਨਾ ਕੀਤੀ ਸੀ ਹਿੰਦੂ ਮਹਾਸਮਿਤੀ ਦੀ, ਜੀ ਜੀ, ਉਹ ਤਾਂ ਨਹੀਂ ਬਣੀ। ਫਿਰ ਇਹਨਾਂ ਨੇ ਬਣਾਇਆ ਭਾਰਤ ਧਰਮ ਮਹਾਮੰਡਲ, ਔਰ ਭਾਰਤ ਧਰਮ ਮਹਾਮੰਡਲ ਹੀ ਅੱਗੇ ਜਾ ਕੇ ਬਣਦਾ ਹਿੰਦੂ ਮਹਾਸਭਾ। ਜੋ ਆਈਡੀਓਲੋਜੀ, ਜੋ ਥਾਟ ਉੱਥੋਂ ਹਿੰਦੂ ਰਾਸ਼ਟਰ ਵਾਲਾ ਹੈ, ਉਹੀ ਅੱਗੇ ਤੁਰਿਆ ਆਉਂਦਾ ਹੈ। ਔਰ ਸਭ ਤੋਂ ਦਿਲਚਸਪ ਗੱਲ ਤੁਹਾਨੂੰ ਹੋਰ ਮਿਲੇਗੀ, 1899 'ਚ ਲਾਲਾ ਲਾਜਪਤ ਰਾਏ ਵੀ ਹਿੰਦੁਸਤਾਨ ਰਿਵਿਊ ਦੇ ਵਿੱਚ ਇੱਕ ਲੇਖ ਲਿਖਦਾ ਹੈ। ਅੱਛਾ ਜੀ। ਉਹ ਵੀ ਇਹੀ ਗੱਲ ਕਰਦਾ ਹੈ ਤਕਰੀਬਨ। ਔਰ ਲਾਲਾ ਲਾਜਪਤ ਰਾਏ ਤਾਂ 1924 ਦੇ ਕਰੀਬ ਇੱਕ ਖਾਕਾ ਵੀ ਖਿੱਚ ਦਿੰਦਾ ਹੈ ਕਿ ਮੁਸਲਮਾਨ ਕਿੱਥੇ ਹੋਣੇ ਚਾਹੀਦੇ ਆ, ਮਤਲਬ ਕਿ ਅਫਗਾਨਿਸਤਾਨ ਦੇ ਨਾਲ ਲੱਗਦੀ ਹੱਦ ਜਿਹੜੀ ਸਾਰੀ ਉਹ ਮੁਕੰਮਲ ਕਰਕੇ ਉੱਤਰ ਪੱਛਮੀ ਸੀਮਾਵਾਂ ਨੂੰ ਸਾਰਾ ਕੁਛ ਕਰਾ ਕੇ ਉਹ 'ਤੇ ਖਾਕਾ ਖਿੱਚ ਦਿੰਦਾ ਹੈ ਬਾਕਾਇਦਾ, ਜੋ ਉਹਦੇ ਜ਼ਿਹਨ ਦੇ ਵਿੱਚ ਚੱਲ ਰਿਹਾ ਸੀਗਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਇਹਨਾਂ ਦੇ ਬੰਦੇ, ਜਦੋਂ ਸਾਵਰਕਰ ਫੜਿਆ ਗਿਆ ਉਸ ਤੋਂ ਬਾਅਦ ਉਹ ਮਾਫੀ ਮੰਗ ਕੇ ਬਾਹਰ ਆਉਂਦਾ ਹੈ। ਸਾਵਰਕਰ ਜਦੋਂ ਆ ਗਿਆ ਮਾਫੀ ਮੰਗ ਕੇ, ਹੁਣ ਉਹ 1857 ਦੇ ਗਦਰ ਨੂੰ ਜਦੋਂ ਉਹ ਇੱਕ ਫਰੀਡਮ ਫਾਈਟਰ ਦੇ ਤੌਰ 'ਤੇ ਹੈ, ਉਦੋਂ ਕਿਵੇਂ ਦੇਖਦਾ ਹੈ ਉਹ ਤਾਂ ਆਪਾਂ ਦੇਖ ਲਿਆ, ਪਰ ਬਾਅਦ ਦੇ ਵਿੱਚ ਆ ਕੇ ਉਹ ਕਿੱਧਰ ਨੂੰ ਹੋ ਤੁਰਦਾ ਹੈ। ਉੱਤੇ ਜਾਣ ਤੋਂ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਕਿ ਲਾਲਾ ਹਰਦਿਆਲ ਸੀ ਜਿਹੜਾ, ਇੱਕ ਤਾਂ ਲਾਲਾ ਲਾਜਪਤ ਰਾਏ, ਇੱਕ ਲਾਲਾ ਹਰਦਿਆਲ, ਉਹਨੇ ਵੀ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਮੁਸਲਮਾਨਾਂ ਨੂੰ ਇੱਥੋਂ ਕੱਢ ਦੇਣਾ ਚਾਹੀਦਾ ਹੈ। ਇਹ ਗੱਲ ਵੀ ਲਾ ਲਓ ਕਿ 1924 ਦੇ ਆਸ-ਪਾਸ ਦੀ ਹੈ। ਤਾਂ ਉਸ ਤੋਂ ਪਿੱਛੇ ਵੀ ਜੇ ਤੁਸੀਂ ਜਾਓਗੇ ਤਾਂ ਇਹਨਾਂ ਦਾ ਜਿਹੜਾ ਡਾਕਟਰ BS ਮੁੰਝੇ, ਥੋੜ੍ਹਾ ਜਿਹਾ ਪਿੱਛੇ ਜਾਓਗੇ, ਉਹ ਤਾਂ ਮਤਲਬ ਕਿ ਸਪਸ਼ਟਤਾ ਲਿਆ ਕੇ ਆਪਣੇ ਵਿਚਾਰਾਂ 'ਚ ਇਹਨਾਂ ਚੀਜ਼ਾਂ ਦੀ ਪ੍ਰੋੜਤਾ ਕਰਦਾ ਸੀ। ਫਿਰ ਇਸ ਤੋਂ ਇਲਾਵਾ ਸਭ ਤੋਂ ਵੱਡਾ ਜੇ ਆਪਾਂ ਦੇਖੀਏ ਤਾਂ ਹਿੰਦੂ ਰਾਸ਼ਟਰ ਦੇ ਹੱਕ ਦੇ ਵਿੱਚ ਕੱਟੜ ਬੰਦਾ ਉੱਠਿਆ, ਜਿਹੜਾ ਉਹ ਉੱਠਿਆ ਪਰਮਾਨੰਦ, ਲੇਖ ਲਿਖੇ ਉਸਨੇ। ਜੀ ਜੀ, ਮਤਲਬ ਕਿ ਇਹ 1925 ਦੀਆਂ ਗੱਲਾਂ ਨੇ, ਯਾਨੀ 1925 ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੇ ਹਿੰਦੂ ਕੱਟੜਵਾਦੀ ਸੀਗੇ ਉਹਨਾਂ ਨੇ ਇਸ ਕਲਪਨਾ ਨੂੰ ਪ੍ਰਵਾਸ ਦੇ ਕੇ ਬਹੁਤ ਉਚਾਈ 'ਤੇ ਖੜ ਲਿਆ ਸੀਗਾ, ਬਹੁਤ ਉਚਾਈ ਤੱਕ ਉਹਨਾਂ ਨੇ ਲੈ ਆਂਦਾ ਸੀਗਾ। ਮਤਲਬ 20-25 ਸਾਲਾਂ ਦੇ ਵਿੱਚ ਆ ਤੁਸੀਂ ਦੇਖ ਲਓ, ਜਿੱਥੋਂ ਮੈਂ ਤੁਹਾਨੂੰ 1899 ਤੋਂ ਲੈ ਕੇ 1800 ਆਪਾਂ 67 ਤੋਂ ਸਟਾਰਟ ਹੋਏ ਹਾਂ ਜੀ, ਕਿ ਜਿੱਥੇ ਉਹ ਰਾਜ ਨਾਰਾਇਣ ਤੇ ਨਭਾ ਗੋਪਾਲ ਮਿੱਤਰਾ ਉਹ ਸਟਾਰਟਿੰਗ ਕਰਦੇ ਨੇ 70 ਦੇ ਦਹਾਕੇ ਤੋਂ, ਲਾ ਲਓ 70 ਦੇ ਦਹਾਕੇ ਤੋਂ ਆਉਂਦੇ ਹੁੰਦੇ, ਯਾਨੀ 50 ਸਾਲਾਂ ਦੇ ਵਿੱਚ ਜਦੋਂ ਨੂੰ ਜਿਨ੍ਹਾਂ ਹੋਰੀ ਇਹ ਤਿਆਰੀ ਖਿੱਚਦੇ ਆ। ਅੱਛਾ, ਹੋਇਆ ਕੀ ਹੁਣ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ, ਜਿੱਥੋਂ ਆਪਾਂ ਸਟਾਰਟਿੰਗ ਇਸ ਪੁਆਇੰਟ ਤੋਂ ਲੈ ਸਕਦੇ ਹਾਂ ਕਿ ਸਾਵਰਕਰ ਕੀ ਲਿਖ ਰਿਹਾ ਸੀਗਾ, ਗੱਲ ਤਾਂ ਉਹੀ ਚੱਲੀ ਹੈ ਨਾ ਕਿ ਇਹਨਾਂ ਦੇ ਬੰਦੇ ਕੀ ਲਿਖ ਰਹੇ। ਆਪਾਂ ਇਹਨਾਂ ਦੇ ਤੱਥਾਂ ਦੇ ਨਾਲ ਹੀ, ਇਹਨਾਂ ਦੇ ਹਵਾਲਿਆਂ ਦੇ ਨਾਲ ਹੀ ਇਹਨਾਂ ਦੇ ਝੂਠ ਨੂੰ ਫੜ ਸਕਦੇ ਹਾਂ। ਹੁਣ ਸਾਵਰਕਰ ਆਪਣੀ ਪੁਸਤਕ ਦੇ ਵਿੱਚ ਲਿਖ ਰਿਹਾ ਹੈ ਪਹਿਲਾਂ ਕਿ ਹਿੰਦੂ ਤੇ ਮੁਸਲਮਾਨ ਦੋਵੇਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ। ਫਿਰ ਉਸ ਤੋਂ ਬਾਅਦ ਜਦੋਂ ਉਹ ਮਾਫੀਆਂ ਮੰਗ ਕੇ ਬਾਹਰ ਆ ਜਾਂਦਾ ਹੈ, ਫਿਰ ਉਹਦਾ ਪੁਆਇੰਟ ਆਫ ਵਿਊ ਬਿਲਕੁਲ ਅਲੱਗ ਹੈ। ਅੱਛਾ ਜੀ, ਬਿਲਕੁਲ ਅਲੱਗ ਹੈ। ਤਾਂ 1937 ਦੇ ਵਿੱਚ ਜਿਹੜਾ ਇਹਨਾਂ ਦਾ ਮੇਰੇ ਖਿਆਲ ਦੇ ਨਾਲ 19ਵਾਂ ਸਾਲਾਨਾ ਸੀਗਾ ਸਮਾਗਮ, ਉਹਦੇ ਵਿੱਚ ਤਾਂ ਉਹ ਸਪਸ਼ਟ ਤੌਰ ਤੇ ਕਹਿੰਦਾ ਹੈ ਕਿ ਹਿੰਦੂ ਤੇ ਮੁਸਲਮਾਨ ਦੋ ਅਲੱਗ-ਅਲੱਗ ਨੇਸ਼ਨ ਨੇ। ਕਿੱਥੇ ਉਹ ਬੰਦਾ ਕਿਸੇ ਸਮੇਂ ਜੇਲ੍ਹ ਜਾਣ ਤੋਂ ਪਹਿਲਾਂ ਜਾਂ ਕਹਿ ਲਓ ਮਾਫੀਆਂ ਮੰਗਣ ਤੋਂ ਪਹਿਲਾਂ ਉਹ ਇੱਦਾਂ ਦੇਖ ਰਿਹਾ ਕਿ ਇਹ ਬਹੁਤ ਵੱਡੀ ਯੂਨਿਟੀ ਹੈ ਦੋ ਕੌਮਾਂ ਦੀ, ਦੋਨਾਂ ਦੀ ਬੌਂਡਿੰਗ ਦਿਖਾ ਰਹੇ। ਹਾਂ, ਕਿੱਥੇ ਉਹ ਕਹਿ ਰਿਹਾ ਕਿ ਦੋ ਅੱਡ-ਅੱਡ ਦੇਸ਼ ਹੀ ਨੇ, ਹੁਣ ਇਕੱਠੇ ਨਹੀਂ ਰਹਿ ਸਕਦੇ। ਮਤਲਬ ਕਿ ਉਹ ਸਭ ਕੁਝ ਬਦਲ ਜਾਂਦਾ। ਇਹ ਐਸਾ ਹੋਇਆ ਕਿਉਂ? ਇਹ ਸਵਾਲ ਦਾ ਜਵਾਬ ਜੇ ਲੱਭ ਲਿਆ ਤਾਂ ਫਿਰ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੰਡ ਦੀਆਂ ਜੋ ਤਹਿਾਂ ਨੇ ਉਹਨਾਂ ਨੂੰ ਖੋਲ੍ਹਣ ਦੀ ਦਹਿਲੀਜ਼ 'ਤੇ ਪਹੁੰਚ ਜਾਓਗੇ। ਮਤਲਬ ਜੇਲ੍ਹ ਜਾਣ ਤੋਂ ਪਹਿਲਾਂ ਹੋਰ ਵਿਚਾਰ ਨੇ, ਜੇਲ੍ਹ ਤੋਂ ਆਉਣ ਤੋਂ ਬਾਅਦ ਬਦਲ ਜਾਂਦੇ ਆ, ਟੋਟਲੀ ਆਪੋਜ਼ਿਟ। ਬਿਲਕੁਲ, ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਜੇ ਤੁਸੀਂ ਇਸ ਚੀਜ਼ ਨੂੰ ਖੋਲ੍ਹ ਲਿਆ ਨਾ, ਫਿਰ ਸਾਰਾ ਕੁਝ ਸਮਝ 'ਚ ਪੈ ਜਾਂਦਾ। ਕਿਉਂਕਿ ਆਪਾਂ ਹਮੇਸ਼ਾ ਜੱਜਮੈਂਟਲ ਰਹਿਣ ਤੋਂ ਗਰੇਜ਼ ਕਰਦੇ ਹਾਂ ਕਿ ਅਸੀਂ ਜੱਜਮੈਂਟਲ ਨਾ ਰਹੀਏ, ਜੀ, ਅਸੀਂ ਕੋਈ ਐਸੀ ਜੱਜਮੈਂਟ ਨਾ ਕਰੀਏ, ਸਾਡੇ ਜਿਹੜੇ ਦਰਸ਼ਕ ਆਪਣੇ ਆਪ ਹੀ ਉਹ ਤੈਅ ਕਰਨ। ਜੀ, ਹੋਇਆ ਕਿ ਜਦੋਂ ਅੰਗਰੇਜ਼ਾਂ ਨੇ ਵੰਡ ਪਾਓ ਤੇ ਰਾਜ ਕਰੋ ਦਾ ਸਿਧਾਂਤ ਅਪਣਾ ਲਿਆ ਤਾਂ ਇਹਨਾਂ ਦੋਨਾਂ ਕੌਮਾਂ ਦੇ ਵਿੱਚ ਰੱਜ ਕੇ ਫਸਾਦ ਹੋਣੇ ਸਟਾਰਟ ਹੋਏ ਨੇ। ਜੀ, ਖਾਸ ਤੌਰ 'ਤੇ ਤੁਸੀਂ 1890 ਵਾਲਾ ਦਹਾਕਾ ਦੇਖੋ, ਉੱਥੇ ਤਾਂ ਪੂਰਾ ਜਿੱਦਾਂ ਕਹਿ ਲਓ ਕਿ ਲਹੂ ਲੁਹਾਣ ਵਾਲਾ ਪੜੋਲ ਵੱਜ ਚੁੱਕਾ ਸੀਗਾ। ਤਾਂ ਖੈਰ ਜਿਵੇਂ ਜਿਵੇਂ ਸਮਾਂ ਅੱਗੇ ਵਧਿਆ, ਜਿਵੇਂ ਜਿਵੇਂ ਅੱਗੇ ਤੁਰੇ, ਇਹ ਗੱਲ ਜਿਹੜੀ ਆ ਸ਼ਿੱਦਤ ਦੇ ਨਾਲ ਮੁਸਲਿਮ ਲੀਗ ਨੇ ਵੀ ਚੁੱਕਣੀ ਸਟਾਰਟ ਕਰ ਦਿੱਤੀ।
ਹੁਣ ਵੰਡ ਪਾਓ ਤੇ ਰਾਜ ਕਰੋ ਦਾ ਸਿਧਾਂਤ ਹੈ। ਦੋ ਧਿਰਾਂ ਨੇ ਦੋਨੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਸੋਂ ਦਾ ਵੱਡਾ ਹਿੱਸਾ ਰੱਖਦੀਆਂ, ਦੋਨਾਂ ਦੀ ਲੀਡਰਸ਼ਿਪ ਇੱਕੋ ਹੀ ਥਾਂ ਤੇ ਅੜ ਜਾਂਦੀ, ਗਰਾਰੀ ਤੇ ਅੜ ਜਾਂਦੀ ਆ ਮੇਨ, ਕਿ ਨਹੀਂ ਜੀ ਨਹੀਂ ਅਸੀਂ ਇਕੱਠੇ ਨਹੀਂ ਰਹਿ ਸਕਦੇ, ਟੂ ਨੇਸ਼ਨ ਥਿਊਰੀ ਤੇ ਆ ਜਾਂਦੇ ਆ। ਅੱਛਾ, ਜਿਹੜੀ ਗੱਲ ਹੁਣ ਆਪਾਂ ਅੱਗੇ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਦਿਲਚਸਪ ਗੱਲ ਇੱਕ ਹੋਰ ਹੈ ਜੀ ਕਿ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਗਰਾਰੀਬਾਜ਼ੀ ਵਾਲਾ ਪੰਗਾ ਸੀਗਾ, ਜਦੋਂ ਇਹਨਾਂ ਨੇ ਗੋਰਿਆਂ ਨੇ ਸਰਕਾਰ ਬਣਾਉਣ ਦਾ ਇੱਕ ਪ੍ਰਪੋਜ਼ਲ ਦਿੱਤਾ, ਉਹਨੂੰ ਇੰਟਰਮ ਗੌਰਮੈਂਟ ਬੋਲਿਆ ਗਿਆ ਸੀ ਉਸ ਟਾਈਮ, ਅੰਤਰਿਮ ਗੌਰਮੈਂਟ ਕਹਿ ਲਈਏ ਆਪਾਂ। ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਤੁਸੀਂ ਮੁਸਲਿਮ ਲੀਗ ਵੀ ਆ ਜਾਓ ਅਤੇ ਕਾਂਗਰਸ ਰਲ ਕੇ ਸਰਕਾਰ ਚਲਾਓ। ਅੱਛਾ, ਉਹ ਸਰਕਾਰ ਜਦੋਂ ਬਣੀ ਰੌਲਾ ਇਹਨਾਂ ਦਾ ਫੇਰ ਪੈ ਗਿਆ। ਉਹਦੇ 'ਚ ਪ੍ਰਧਾਨ ਮੰਤਰੀ ਨਹਿਰੂ, ਉਹ ਸ਼ਾਇਦ ਚਲਾਕ ਆਦਮੀ ਸੀ ਥੋੜ੍ਹਾ, ਉਹਨੂੰ ਪਤਾ ਸੀਗਾ ਕਿ ਜੇ ਇਹ ਪ੍ਰਧਾਨ ਮੰਤਰੀ ਤੱਕ ਪਹੁੰਚ ਗਏ ਤਾਂ ਪੁੱਠਾ ਕੰਮ ਹੋ ਜਾਊ। ਫਿਰ ਮੁਸਲਮਾਨਾਂ ਨੇ ਆਖਿਆ ਕਿ ਅਸੀਂ ਤਾਂ ਸ਼ਾਮਲ ਹੋਵਾਂਗੇ, ਸਾਨੂੰ ਹੋਮ ਮਿਨਿਸਟਰੀ ਦਿਓ। ਇਹ ਹੋਮ ਮਿਨਿਸਟਰੀ 'ਤੇ ਵੀ ਅੜ ਗਏ। ਹੋਮ ਮਿਨਿਸਟਰੀ ਲੈ ਗਿਆ ਫਿਰ ਪਟੇਲ। ਅੱਛਾ ਜੀ, ਪਟੇਲ ਲੈ ਗਿਆ। ਇਹਨਾਂ ਨੂੰ ਦਿੱਤਾ ਗਿਆ ਵਿੱਤ ਦਾ ਅਹੁਦਾ, ਫਾਈਨੈਂਸ ਦਾ। ਉਦੋਂ ਫਾਈਨੈਂਸ ਮਿਨਿਸਟਰ ਬਣੇ ਲਿਆਕਤ ਅਲੀ ਖਾਨ, ਜਿਹੜੇ ਅੱਗੇ ਚੱਲ ਕੇ ਅੱਡ ਹੋਏ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਬਣਦੇ ਆ ਅਤੇ ਜਿਨ੍ਹਾਂ ਨੂੰ ਬਾਅਦ 'ਚ ਅਸੈਸੀਨੇਟ ਕਰ ਦਿੱਤਾ ਗਿਆ ਸੀਗਾ, ਲਿਆਕਤ ਅਲੀ ਖਾਨ ਨੂੰ। ਲਿਆਕਤ ਅਲੀ ਖਾਨ ਨੇ ਹਰ ਇੱਕ ਗੱਲ 'ਤੇ ਡਿੱਕਾ। ਹੁਣ ਦੇਖੋ, ਨਹਿਰੂ ਨੂੰ ਕੁਰਸੀ ਵੀ ਨਹੀਂ ਸੀ ਖਰੀਦਣ ਦਿੰਦਾ ਬੰਦਾ। ਅੱਛਾ ਜੀ, ਅਪਰੂਵਲ ਹੀ ਨਹੀਂ ਸੀ ਦਿੰਦਾ ਉਹ। ਵਿੱਤ ਮੰਤਰਾਲਾ ਮਤਲਬ ਕਿ ਇਹਨਾਂ ਦੋਨਾਂ ਦਾ ਇੰਨਾ ਜ਼ਿਆਦਾ ਉਹ ਪਸੂੜੀ ਵਾਲਾ ਪੰਗਾ ਸੀਗਾ ਨਾ ਕਿ ਕੁਛ ਵੀ ਨਹੀਂ ਸੀ ਹੋ ਸਕਦਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਉਸ ਟਾਈਮ ਰਾਜਾ ਜਨਫਰ ਅਲੀ ਹੁੰਦਾ ਸੀਗਾ, ਉਹਨੇ ਸਿੱਧਾ ਕਹਿ ਦਿੱਤਾ ਸੀਗਾ ਕਿ ਅਸੀਂ ਸਰਕਾਰ 'ਚ ਤਾਂ ਸ਼ਾਮਲ ਹੋਏ ਹਾਂ ਕਿ ਸਾਡੀ ਜਿਹੜੀ ਪਾਕਿਸਤਾਨ ਵਾਲੀ ਮੰਗ ਆ ਉਹ ਬਈ ਪੂਰਨ ਤੌਰ 'ਤੇ ਮਜ਼ਬੂਤ ਹੋ ਜਾਵੇ, ਪੂਰੀ ਤਰ੍ਹਾਂ 'ਤੇ ਮਜ਼ਬੂਤ ਹੋ ਜਾਵੇ। ਹੁਣ ਇੱਕ ਪਾਸੇ ਇਹ ਹੋ ਰਿਹਾ, ਫਿਰ ਦੂਸਰੇ ਪਾਸੇ ਤੁਹਾਨੂੰ ਪਤਾ ਹੌਲੀ ਹੌਲੀ ਸਮਾਂ ਅੱਗੇ ਵਧਿਆ। ਆਪਾਂ ਵੀ ਗੱਲ ਨੂੰ ਅੱਗੇ ਵਧਾ ਦਿੰਦੇ ਹਾਂ ਹੁਣ, ਕਿਉਂਕਿ ਕਾਫੀ ਲੰਬਾ ਸਮਾਂ ਹੋ ਜਾਣਾ ਇਹ, ਕਿਉਂਕਿ ਬਹੁਤ ਵੱਡਾ ਵਿਸ਼ਾ ਹੈ। ਤਾਂ ਤੁਸੀਂ ਦੇਖੋਗੇ ਤਾਂ ਜਿਨ੍ਹਾਂ ਹੋਰਾਂ ਨੇ ਪ੍ਰੋਗਰਾਮ ਦੇ ਰੱਖੇ ਸੀਗੇ, ਡਾਇਰੈਕਟ ਐਕਸ਼ਨ ਜੇ ਪ੍ਰੋਗਰਾਮ, ਕੋਲਕਾਤਾ 'ਚ, ਨੋਆਖਲੀ 'ਚ, ਬਹੁਤ ਥਾਵਾਂ 'ਤੇ ਕਹਿ ਲਓ ਦੰਗੇ ਫਸਾਦ। ਔਰ ਜਿਹੜੇ ਪਟੇਲ ਦਾ ਜ਼ਿਕਰ ਕਰਦੇ ਨੇ ਕਿ ਪਟੇਲ ਨੂੰ ਜੇ ਇਹਨਾਂ ਨੇ ਸਹਾਇਕ ਰੱਖਿਆ ਹੁੰਦਾ, ਤੁਸੀਂ ਨਾ 15 ਦਸੰਬਰ ਨੂੰ ਜਿਹੜਾ ਉਹਨੇ ਕ੍ਰਿਸਪ ਨੂੰ ਖੱਤ ਲਿਖਿਆ ਉਹ ਪੜ੍ਹ ਲਓਗੇ, ਸਾਰੀ ਸਥਿਤੀ ਸਾਫ਼ ਹੋ ਜਾਏਗੀ। ਉਹਦੇ 'ਚ ਉਹ ਮਤਲਬ ਕਿ ਸੰਬੋਧਨ ਕਰਦਾ ਹੈ ਪਟੇਲ। ਪਟੇਲ ਇਹ ਗੱਲ ਕਹਿੰਦਾ ਆ ਕਿ ਅਸੀਂ ਤੁਹਾਡੀ ਗੱਲ ਮੰਨ ਲਈ, ਅਸੀਂ ਤੁਹਾਡੇ ਨਾਲ ਸਮਝੌਤਾ ਕਰ ਲਿਆ, ਪਰ ਹੁਣ ਮੇਰੇ ਸਾਹਮਣੇ ਤੁਸੀਂ ਸਥਿਤੀਆਂ ਬਹੁਤ ਪ੍ਰਤੀਕੂਲ ਬਣਾ ਦਿੱਤੀਆਂ। ਮੈਂ ਗਾਂਧੀ ਨੂੰ ਜ਼ੋਰ ਦੇ ਕੇ ਮਨਾ ਲਿਆ, ਪਰ ਹੁਣ ਸਾਨੂੰ ਇਉਂ ਲੱਗਦਾ ਕਿ ਸਾਡੇ ਨਾਲ ਧੋਖਾ ਹੋ ਗਿਆ ਜੀ। ਇਹ ਸ਼ਬਦ ਵੰਡ ਦੇ ਸੰਦਰਭ 'ਚ ਹੀ ਸਨ, ਟੂ ਨੇਸ਼ਨ ਥਿਊਰੀ ਦੇ ਹੀ ਸੰਦਰਭ 'ਚ ਸਨ। ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਲੋਹੀਆ ਦੀ ਇੱਕ ਕਿਤਾਬ ਹੈ, ਗਿਲਟੀ ਮੈਨ ਆਫ ਪਾਰਟੀਸ਼ਨ, ਗਿਲਟੀ ਮੈਨ ਆਫ ਪਾਰਟੀਸ਼ਨ, ਲੋਹੀਆ ਦੀ ਪੁਸਤਕ ਹੈ। ਉਹਦੇ ਪਹਿਲੇ ਨੰਬਰ ਪੇਜ 'ਤੇ ਜਦੋਂ ਤੁਸੀਂ ਮਤਲਬ ਕਿ ਪੜ੍ਹਨਾ ਸਟਾਰਟ ਕਰੋਗੇ ਨਾ, ਉਹਦੇ 'ਤੇ ਇੱਕ ਖਾਸ ਗੱਲ ਦਾ ਜ਼ਿਕਰ ਹੈ। ਕਿਉਂਕਿ ਤੁਸੀਂ ਦੇਖੋ ਨਾ ਕਿ ਇਹ ਗਾਂਧੀ ਨੂੰ, ਨਹਿਰੂ ਨੂੰ ਵਾਰ-ਵਾਰ ਇਹ ਸਾਰਿਆਂ ਨੂੰ ਟਾਰਗੇਟ ਬਣਾ ਰਹੇ ਆ ਜੀ। ਹਾਲਾਂਕਿ ਕੁਛ ਸਾਡੇ ਪੰਜਾਬੀ ਵੀ ਗਾਂਧੀ ਨੂੰ ਮੰਨਦੇ ਆ ਜੀ, ਜ਼ਿੰਮੇਵਾਰ ਮੰਨਦੇ ਆ ਕਿ ਗਾਂਧੀ ਨੇ ਵੀ ਵੰਡ ਦੇ ਜਿਹੜੇ ਸੀ ਬੀਜ ਬੀਜੇ ਸੀਗੇ। ਚਲੋ ਆਪਾਂ ਕਿਸੇ ਦੀ ਉਹ ਨਾ ਮੁਖਾਲਫਤ ਕਰਦੇ ਆ, ਨਾ ਕਿਸੇ ਦੀ ਸਪੋਰਟ ਕਰਦੇ ਆ। ਲੋਹੀਆ ਦੀ ਪੁਸਤਕ 'ਤੇ ਪਹਿਲੇ ਨੰਬਰ 'ਤੇ ਦਰਜ ਆ ਕਿ ਕਾਂਗਰਸ ਦੀ ਜਦੋਂ ਹਾਈ ਲੈਵਲ ਦੀ ਮੀਟਿੰਗ ਹੋ ਰਹੀ ਸੀ, ਇੱਕ ਪਾਸੇ ਪਟੇਲ, ਨਹਿਰੂ, ਇਹ ਸਾਰੇ ਜ਼ੋਰ ਦੇ ਰਹੇ ਸੀਗੇ ਕਿ ਗਾਂਧੀ ਮੰਨ ਜਾਓ, ਤੁਸੀਂ ਮੰਨ ਜਾਓ, ਮਤਲਬ ਕਿ ਅਲੱਗ-ਅਲੱਗ ਹੋਣ 'ਤੇ, ਵੰਡ 'ਤੇ ਮੰਨ ਜਾਓ। ਇੱਕ ਇਕੱਲਾ ਗਾਂਧੀ ਸੀ ਜੋ ਅਸਹਿਮਤ ਸੀ ਕਿ ਵੰਡ ਨਹੀਂ ਹੋਣੀ ਚਾਹੀਦੀ। ਇਹ ਖੁਦ ਲੋਹੀਆ ਦੀ ਕਿਤਾਬ ਦੇ ਵਿੱਚ ਆ, ਗਿਲਟੀ ਮੈਨ ਆਫ ਪਾਰਟੀਸ਼ਨ, ਇਹਦੇ ਵਿੱਚ ਸਾਫ਼ ਤੌਰ 'ਤੇ ਲਿਖਿਆ। ਫਿਰ ਤੁਸੀਂ ਅੱਗੇ ਉਹ ਆ ਜਾਓ, ਮੈਂ ਤੁਹਾਨੂੰ RSS ਦੀ ਕਿਤਾਬ ਦਾ ਹੀ ਹਵਾਲਾ, ਸਾਵਰਕਰ ਨੂੰ ਆਪਾਂ ਉਹਦੀ ਕਿਤਾਬ ਦੇ ਬਿਹਾਵ 'ਤੇ ਦੇਖਿਆ ਨਾ ਕਿ ਉਹਦੇ ਪਹਿਲਾਂ ਵਿਚਾਰ ਕੀ ਸੀਗੇ, ਬਾਅਦ ਦੇ ਵਿੱਚ ਕੀ ਸੀਗੇ। ਫਿਰ ਤੁਸੀਂ ਦੂਸਰੀ ਚੀਜ਼ ਦੇਖੋ, ਇਹਨਾਂ ਦਾ HV ਸੇਸ਼ਾਦਰੀ ਆ, ਬਹੁਤ ਤਕੜਾ ਚਿੰਤਕ ਹੋਇਆ ਜੀ। ਉਹਦੀ ਇੱਕ ਕਿਤਾਬ ਹੈਗੀ ਆ ਦ ਟ੍ਰੈਜਿਕ ਸਟੋਰੀ ਆਫ ਪਾਰਟੀਸ਼ਨ। ਜਦੋਂ ਤੁਸੀਂ ਉਹ ਪੜ੍ਹੋਗੇ 181, 82, 83 ਇਹਨਾਂ ਪੇਜਾਂ 'ਤੇ ਚਲੇ ਜਾਓਗੇ, ਉੱਥੇ ਉਹ ਸਾਫ਼ ਤੌਰ 'ਤੇ ਲਿਖਦਾ ਹਵਾਲੇ ਦੇ ਕੇ ਕਿ ਇੱਕ ਹੀ ਬੰਦਾ ਇਸ ਪਾਰਟੀਸ਼ਨ ਦੇ ਉਲਟ ਸੀਗਾ ਉਸ ਟਾਈਮ, ਉੱਚ ਕੋਟੀ ਦਾ, ਤੇ ਉਹ ਸੀ ਗਾਂਧੀ ਜੀ ਨੇ ਪੈਰ 'ਤੇ ਮੁਖਾਲਫਤ ਕੀਤੀ।
ਮਤਲਬ ਕਿ ਇਹਨਾਂ ਦੇ ਆਪਣੇ ਬੰਦੇ ਹੀ ਆਪਣੇ ਦ੍ਰਿਸ਼ਟੀਕੋਣ ਤੋਂ ਲਿਖ ਰਿਹਾ। ਔਰ ਪਟੇਲ ਗਾਂਧੀ ਨੂੰ ਲਿਖਦਾ। ਗਾਂਧੀ ਨੇ ਇੱਕ ਮਤਲਬ ਕਿ ਸਵਾਲ ਛੱਡਿਆ ਪਟੇਲ ਨੂੰ ਕਿ ਬਈ ਤੁਸੀਂ ਵੰਡ ਦੇ ਸਮਰਥਕ ਕਿਵੇਂ ਹੋ ਗਏ? ਤਾਂ ਉਹ ਕਹਿੰਦਾ ਕਿ ਹਾਲਾਤ ਕੁਛ ਐਸੇ ਨੇ। ਹੁਣ ਜਵਾਬ ਦੇ ਰਿਹਾ ਪਟੇਲ, ਜਿਸ ਨੂੰ ਇਹ ਕਹਿ ਰਹੇ ਨੇ ਜੀ ਕਿ ਉਹ ਸਹਾਇਕ ਰੱਖਿਆ ਹੁੰਦਾ ਤੇ ਸਾਰਾ ਕੁਝ ਠੀਕ ਠਾਕ ਹੋ ਜਾਣਾ ਸੀ। ਪਟੇਲ ਜਵਾਬ ਦੇ ਰਿਹਾ, ਉਹ ਕਹਿ ਰਿਹਾ ਕਿ ਵੇਖੋ ਗੱਲ ਇਹ ਆ ਕਿ ਇਸ ਵੇਲੇ ਦੋ ਹੀ ਆਪਸ਼ਨ ਆ ਜੀ, ਵੰਡ ਜਾਂ ਗ੍ਰਹਿ ਯੁੱਧ। ਮਤਲਬ ਕਿ ਵੰਡ ਜਾਂ ਗ੍ਰਹਿ ਯੁੱਧ। ਤਾਂ ਉਹਨਾਂ ਨੇ ਫਿਰ ਕਿਹੜਾ ਚੁਣਿਆ? ਸਭ ਦੇ ਸਾਹਮਣੇ ਆ, ਆਪਸ਼ਨਲੀ ਕਹਿ ਰਹੇ। ਔਰ ਸਭ ਤੋਂ ਵੱਡੀ ਗੱਲ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕਹੀ ਇਸ ਸੰਦਰਭ 'ਚ। ਉਹਨਾਂ ਦੀ ਵੀ ਇੱਕ ਬਹੁਤ ਵੱਡੀ ਕਿਤਾਬ ਹੈ ਜੀ, ਬਹੁਤ ਵਧੀਆ ਕਿਤਾਬ ਹੈ, ਪਾਕਿਸਤਾਨ ਆਫ ਪਾਰਟੀਸ਼ਨ ਆਫ ਇੰਡੀਆ। ਉਹ ਤੁਹਾਨੂੰ ਸ਼ਾਇਦ PDF ਦੇ ਰੂਪ 'ਚ ਵੀ ਮਿਲ ਜਾਏਗੀ ਜਾਂ ਐਮਾਜ਼ੋਨ 'ਤੇ। ਥੋੜ੍ਹੇ ਪੈਸੇ ਖਰਚਿਆ ਕਰੋ, ਕਿਤਾਬਾਂ ਪੜ੍ਹਿਆ ਕਰੋ, ਵਧੀਆ ਲਾਜ਼ਮੀ ਵੀ ਮਿੰਟੂ ਜੀ। ਹਾਂਜੀ ਲਾਜ਼ਮੀ ਆ। ਉਹਦੇ ਵਿੱਚ ਉਹਨਾਂ ਨੇ ਇਸ ਸੰਦਰਭ 'ਚ ਜਿਹੜੀ ਗੱਲ ਲਿਖੀ ਹੈ ਉਹ ਬੜੀ ਖੂਬਸੂਰਤ ਲਿਖੀ ਹੈ। ਉਹ ਕਹਿੰਦੇ ਨੇ ਕਿ ਦੇਖੋ ਗੱਲ ਇਹ ਆ ਕਿ 2 ਨੇਸ਼ਨ ਥਿਊਰੀ ਯਾਨੀ 2 ਰਾਸ਼ਟਰਾਂ ਦਾ ਜਿਹੜਾ ਸਿਧਾਂਤ ਆ, ਇਹਦੇ ਤੇ ਜਿਨ੍ਹਾਂ ਤੇ ਸਾਵਰਕਰ ਦਾ ਮਤ ਇੱਕੋ ਜਿਹਾ ਹੈ। ਇੱਥੇ ਆ ਕੇ ਗੱਲ ਖਤਮ ਹੋ ਜਾਂਦੀ ਹੈ ਜੀ ਕਿ ਖੁਦ ਅੰਬੇਦਕਰ ਵੀ ਇਸ ਚੀਜ਼ ਨੂੰ ਆਬਜ਼ਰਵ ਕਰ ਰਹੇ ਸੀਗੇ ਕਿ 2 ਨੇਸ਼ਨ ਥਿਊਰੀ ਦੇ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਦੀ ਮਤ ਇੱਕੋ ਜਿਹੀ ਹੈ, ਵਿਚਾਰ ਇੱਕੋ ਜਿਹੇ ਆ। ਹੁਣ ਤੁਸੀਂ ਆਪ ਇੰਨੇ ਹਵਾਲੇ ਬਹੁਤ ਨੇ ਮੇਰੇ ਖਿਆਲ ਦੇ ਨਾਲ, ਕਿਉਂਕਿ ਤੋਰਨ ਨੂੰ ਤਾਂ ਗੱਲ ਜਿੰਨੀ ਮਰਜ਼ੀ ਲੰਮੀ, ਉਹ ਮਤਲਬ ਕਿ ਕਹਾਣੀ ਜਾਂ ਮਧਾਣੀ ਜਿੰਨੀ ਮਰਜ਼ੀ ਵਧਾਈ ਚੱਲੋ, ਪਰ ਗੱਲ ਇਹ ਆ ਕਿ ਇਹਨਾਂ ਦੇ ਹੀ ਹਵਾਲਿਆਂ ਦੇ ਨਾਲ ਇਹ ਚੀਜ਼ ਸਾਬਤ ਹੁੰਦੀ ਹੈ ਕਿ ਇਹ ਕਹਾਣੀ ਕਿੱਥੋਂ ਸ਼ੁਰੂ ਹੋਈ, ਕਿਵੇਂ ਇਹ ਅੰਤ ਤੱਕ ਪਹੁੰਚੀ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ RSS ਜਿਹਨੇ ਉਸ ਟਾਈਮ ਅੰਗਰੇਜ਼ਾਂ ਦਾ ਪੱਖ ਪੂਰਿਆ, ਔਰ ਇਹਦੇ 'ਚ ਸੁਭਾਸ਼ ਚੰਦਰ ਬੋਸ ਦੀ ਵੀ ਇੱਕ ਲਿਖਤ ਹੈਗੀ ਆ। ਅੱਛਾ ਜੀ। ਹਾਂਜੀ, ਜਿਹੜੀ ਐਸੈਂਸ਼ੀਅਲ ਰਾਈਟਿੰਗ ਆਫ ਸੁਭਾਸ਼ ਚੰਦਰ ਬੋਸ ਹੈ, ਉਹ ਪੜ੍ਹੋਗੇ ਤੁਸੀਂ, ਉਹਨੇ ਬਕਾਇਦਾ ਇਹ ਗੱਲ ਕਹੀ ਹੈ ਕਿ ਇਹ ਦੋਵੇਂ ਜਿਹੜੇ ਆ ਉਹ ਮਤਲਬ ਕਿ ਦੋਵੇਂ ਸੰਗਠਨ ਉੱਧਰੋਂ ਵੀ ਤੇ ਉੱਧਰੋਂ, ਇਹ ਦੋਵੇਂ ਹੀ ਗੋਰਿਆਂ ਦੇ ਸਪਾਂਸਰਡ ਹੈ। ਜਿਸ ਬੋਸ ਨੂੰ ਕਹਿ ਰਹੇ ਉਹਦੀ ਤਾਂ ਮੰਨ ਲਓ, ਹੋਰ ਕਿਸੇ ਦੀ ਨਾ ਮੰਨੋ। ਮੈਂ ਇਹਨਾਂ ਦੇ ਚਿੰਤਕ ਦਾ ਤੁਹਾਨੂੰ ਮੈਂ ਦੱਸ ਦਿੱਤਾ। HV ਸੇਸ਼ਾਦਰੀ ਦੀ ਕਿਤਾਬ ਪੜ੍ਹ ਲਓ ਤੁਸੀਂ, ਟ੍ਰੈਜਿਕ ਸਟੋਰੀ ਆਫ ਪਾਰਟੀਸ਼ਨ। ਸੋ ਇਹ ਚੀਜ਼ਾਂ ਨੇ ਕਿ ਇਸ ਦੇਸ਼ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਬਹਿਸ ਛੇੜਦੇ ਨਹੀਂ, ਉਹ ਕਲਾ ਇਹਨਾਂ ਦੇ ਕੋਲ ਹੈਗੀ ਆ ਬਹੁਤ ਵੱਡੇ ਪੱਧਰ 'ਤੇ। ਅੱਜ ਕੱਲ੍ਹ ਨੌਜਵਾਨ ਹੈ ਜਿਹੜੇ ਉਹ ਧਾਰਨਾਵਾਂ ਬਣਾ ਕੇ ਚੱਲਦੇ ਆ। ਪੰਜਾਬੀ ਦਾ ਨੌਜਵਾਨ ਦੇਖ ਲਓ, ਮਹਾਤਮਾ ਗਾਂਧੀ ਪ੍ਰਤੀ ਉਹਦੀ ਇੱਕ ਧਾਰਨਾ ਹੈ, ਭਗਤ ਸਿੰਘ ਪ੍ਰਤੀ ਉਹਦੀ ਇੱਕ ਧਾਰਨਾ ਹੈ, ਤਾਂ ਉੱਥੇ ਖੜੇ ਹੋਏ ਆ। ਬਿਲਕੁਲ ਅਸੀਂ ਉਹ ਧਾਰਨਾ 'ਤੇ ਖੜ ਜਾਂਦੇ ਹਾਂ ਨਾ, ਜਦੋਂ ਉੱਥੇ ਖੜੋਤ ਆ ਜਾਂਦੀ ਆ। ਇਹ ਜਿੱਥੇ ਖੜੋਤ ਆ ਗਈ ਉੱਥੇ ਤੁਹਾਡਾ ਇਤਿਹਾਸ ਫਿਰ ਮਨ ਮਾਫਕ ਹੀ ਚੱਲੇਗਾ, ਤੁਸੀਂ ਜਿਸ ਹਿਸਾਬ ਨਾਲ ਉਹਨੂੰ ਦੇਖਦੇ ਹੋ। ਜੀ। ਸੋ ਇਹ ਬਹੁਤ ਚਲਾਕੀ ਦੇ ਨਾਲ RSS ਦੀ ਭੂਮਿਕਾ ਨੂੰ ਲੁਕਾ ਕੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਉਹ ਇੱਕ ਵਿਰੋਧੀ ਭੂਮਿਕਾ 'ਚ ਸੀ। ਤਿਰੰਗੇ ਦੀ ਅਡੋਪਸ਼ਨ ਜਦੋਂ ਹੋਈ ਉਦੋਂ ਵੀ ਵਿਰੋਧੀ ਭੂਮਿਕਾ 'ਚ ਸੀ। ਵੰਡ ਵਾਲੇ ਮਾਮਲੇ ਦੇ ਵਿੱਚ ਪ੍ਰਤੱਖ ਤੌਰ 'ਤੇ 2 ਨੇਸ਼ਨ ਥਿਊਰੀ ਲਿਆਉਣ ਵਾਲੇ ਇਹ ਸੀਗੇ। ਅੱਜ ਉਹ ਚਲਾਕੀ ਦੇ ਨਾਲ ਆਪਣੇ ਆਪ ਨੂੰ ਬਰੀ ਕਰਕੇ ਲੋਕਾਂ ਦੇ ਸਾਹਮਣੇ ਇੱਕ ਵੱਖਰੀ ਕਿਸਮ ਦੀ ਬਹਿਸ ਪੇਸ਼ ਕਰ ਰਹੇ। ਜੀ ਬਿਲਕੁਲ।